ਹੈਲੋ ਫਰੈਂਡਸ, ਵੈਲਕਮ ਆ ਤੁਹਾਡੇ ਆਪਣੇ ਚੈਨਲ ਜੈਨੂਅਨ ਜੀਕੇ ਫੈਕਟਸ ਤੇ। ਅੱਜ ਆਪਣਾ ਜਿਹੜਾ ਸੈਸ਼ਨ ਆ ਉਹਦੇ 'ਚ ਆਪਾਂ ਕੰਪਿਊਟਰ ਜੀਕੇ MCQ ਕਰਾਂਗੇ, ਜਿਹੜੇ ਕਿ ਤੁਹਾਡੇ ਹਰ ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ ਰਹਿਣ ਵਾਲੇ ਨੇ। ਨਾਲੇ ਬੱਚੇ ਤੁਸੀਂ ਆਪ ਹੀ ਦੇਖ ਲਿਓ, ਠੀਕ ਹੈ, ਕੰਟੈਂਟ ਕਿਵੇਂ ਦਾ ਰਹਿਣ ਵਾਲਾ। ਪਹਿਲਾ ਪ੍ਰਸ਼ਨ, ਹੂ ਇਜ਼ ਦਾ ਫਾਦਰ ਆਫ ਕੰਪਿਊਟਰ? ਕੰਪਿਊਟਰ ਦਾ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਤਾਂ ਇਹਦਾ ਕਰੈਕਟ ਆਂਸਰ ਹੋ ਜਾਊਗਾ ਆਪਸ਼ਨ ਬੀ, ਚਾਰਲਸ ਬੈਬੇਜ ਨੂੰ। ठीक है, हुण देखो बच्चे, चार्लस बेबेज नूं कहा जाता। कोई बच्चा ये दस सकता कदे सोचा किसी ने भी इनू क्यों कहा जाता? वो आपां हुणे कंसैप्ट क्लीयर कर देंगे। तो सारिਆਂ ਨੂੰ ਪਹਿਲਾਂ ਆਪਾਂ देखते हैं भी कंप्यूटर का विकास आ जिहड़ा वो किवें हुंदा। तो सारिਆਂ ਨੂੰ जिहड़ा पहला कंप्यूटर बनिया सी वो किहड़ा सीगा? एबाकस। ठीक है, सब तो पहला एबाकस कदों बनिया है? 1602 ਦੇ ਵਿੱਚ ਤੇ ਕਿੱਥੇ ਬਣਿਆ ਸੀਗਾ? ਚੀਨ ਦੇ ਵਿੱਚ। ਕਲੀਅਰ ਹੋ ਗਈ। ਤੇ ਇਹਦਾ ਕੰਮ ਕੀ ਸੀਗਾ? ਅਰਥਮੈਟਿਕ ਗਣਨਾ ਕਰਦਾ ਸੀਗਾ। ਇਹਦੇ 'ਚ ਨਾ ਹੌਰੀਜ਼ੋਂਟਲੀ ਮੀਨਸ ਕਿ ਇਸ ਤਰ੍ਹਾਂ ਲੇਟਮੀਆਂ ਜਿਹੜੀਆਂ ਰੋਡਸ ਦਾ ਯੂਜ਼ ਕੀਤਾ ਗਿਆ ਸੀਗਾ। ਕਿਹਦੀ ਗੱਲ ਕਰ ਰਹੇ ਸੀ? ਐਬਾਕਸ ਦੀ। ਠੀਕ ਹੈ, ਔਰ ਇਹ ਸਕੇਅਰ ਰੂਟ ਜਿਹਨੂੰ ਆਪਾਂ ਇਸ ਤਰ੍ਹਾਂ ਕਹਿ ਦਿੰਦੇ ਹਾਂ, ਠੀਕ ਹੈ, ਸਕੇਅਰ ਰੂਟ ਵੀ ਇਹ ਫਾਈਂਡ ਕਰਦਾ ਸੀਗਾ। ਮਤਲਬ ਐਵੇਂ ਕਹਿ ਲਓ ਤੁਸੀਂ, ਇਸ ਤਰ੍ਹਾਂ ਹੁੰਦਾ ਸੀ ਇਹਦੇ 'ਚ। ਠੀਕ ਹੈ, ਤਾਂ ਐਬਾਕਸ ਇਹ ਬਣਿਆ। ਫਿਰ ਇਸ ਤੋਂ ਬਾਅਦ ਨੈਪੀਅਰ ਬੋਨਸ ਆ ਗਿਆ 1617 ਦੇ ਵਿੱਚ, ਤੇ ਇਹ ਸਕਾਟਲੈਂਡ ਦਾ ਬੰਦਾ ਸੀਗਾ ਜੋਹਨ ਨੈਪੀਅਰ, ਜਿਹਨੇ ਮਤਲਬ ਕਿ ਇਹ ਬਣਾਇਆ ਸੀਗਾ। ਇਹ ਨੰਬਰ ਹੋਲਡ ਕਰਦਾ ਸੀ 0 ਤੋਂ 9 ਤੱਕ। ਠੀਕ ਹੈ, ਟੈਕਨੋਲੋਜੀ ਯੂਜ਼ ਕਾਹਦੇ ਲਈ ਕੀਤੀ ਜਾਂਦੀ ਸੀ? ਇਹ ਵੀ ਕੈਲਕੂਲੇਸ਼ਨ ਦੇ ਕੀ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਪਾਸਕਲਾਈਨ ਆ ਜਾਂਦਾ। ਮਤਲਬ ਮੇਨ ਜਿਹੜਾ ਕੰਮ ਆਪਣਾ ਉਹ ਆਪਣਾ 1820 ਦੇ ਵਿੱਚ ਚਾਰਲਸ ਬੇਬੇਜ ਵਾਲਾ। 1820 ਦੇ ਵਿੱਚ ਕੀ ਹੁੰਦਾ? ਚਾਰਲਸ ਬੇਬੇਜ ਨੇ ਇੱਕ ਡਿਫਰੈਂਸ ਇੰਜਨ ਬਣਾਇਆ ਸੀਗਾ। ਕੀ ਬਣਾਇਆ ਸੀ ਇਹਨੇ? ਠੀਕ ਹੈ, ਆਹ ਮੋਸਟ ਇੰਪੋਰਟੈਂਟ ਆ ਬੱਚੇ। ਡਿਫਰੈਂਸ ਇੰਜਨ ਬਣਾਇਆ ਗਿਆ ਸੀ ਕਿਹਦੇ ਦੁਆਰਾ? ਚਾਰਲਸ ਬੇਬੇਜ ਦੁਆਰਾ। ਫਿਰ ਇਸ ਤੋਂ ਬਾਅਦ ਐਨਾਲਿਟੀਕਲ ਇੰਜਨ ਬਣਾਇਆ, ਜਿਹੜਾ ਕਿ ਪ੍ਰੋਗਰਾਮ ਨੂੰ ਪੇਜਸ ਦੇ ਰੂਪ ਦੇ ਵਿੱਚ ਸਟੋਰ ਵੀ ਕਰਦਾ ਸੀ। ਉਹਨਾਂ ਨੂੰ ਕੀ ਕਿਹਾ ਜਾਂਦਾ ਸੀਗਾ? ਜਿਹੜੇ ਪੇਜਸ ਦੇ ਵਿੱਚ ਸਟੋਰ ਕੀਤੀਆਂ ਜਾਂਦੀਆਂ ਸੀ ਚੀਜ਼ਾਂ, ਉਹਨਾਂ ਨੂੰ ਕਿਹਾ ਜਾਂਦਾ ਸੀ ਬੈਰਲਸ। ਠੀਕ, ਤਾਂ ਇਹ ਹੋ ਗਿਆ ਚਾਰਲਸ ਬੇਬੇਜ। ਚਾਰਲਸ ਬੇਬੇਜ ਕਿੱਥੋਂ ਦਾ ਸੀਗਾ? ਇਹ ਸੀਗਾ ਲੰਡਨ ਦਾ। ਆਹ 2-3 ਪੁਆਇੰਟ ਤੁਸੀਂ ਇੱਥੋਂ ਇਹਦੇ ਕਰਕੇ ਧਿਆਨ ਰੱਖਣੇ ਆ। ਇਹਦੇ ਕੰਸੈਪਟ ਦੇ ਹੀ ਫਸਟ ਕੰਪਿਊਟਰ ਪ੍ਰੋਟੋਟਾਈਪ ਦਾ ਨਿਰਮਾਣ ਕੀਤਾ ਗਿਆ ਸੀ, ਤਾਂ ਕਰਕੇ ਅਸੀਂ ਚਾਰਲਸ ਬੇਬੇਜ ਨੂੰ ਫਾਦਰ ਕਹਿੰਦੇ ਆ ਕੰਪਿਊਟਰ ਦਾ। ਠੀਕ ਹੈ, ਫਾਦਰ ਆਫ ਕੰਪਿਊਟਰ ਅਸੀਂ ਕਿਹਨੂੰ ਕਹਿੰਦੇ ਆ? ਚਾਰਲਸ ਬੇਬੇਜ ਨੂੰ ਕਹਿੰਦੇ ਆ। ਹੋਪ ਸੋ ਤੁਹਾਨੂੰ ਇੱਥੋਂ ਬੱਚੇ ਫੈਕਟ ਕਲੀਅਰ ਹੋ ਗਿਆ ਹੋਊਗਾ। ਇਸ ਤੋਂ ਬਿਨਾਂ ਇੱਕ ਤੁਸੀਂ ਨਾਮ ਸੁਣਿਆ ਹੋਊਗਾ, ਲੇਡੀ ਲੈਵਲੇਸ ਕਰਕੇ ਨਾਮ ਸੁਣਿਆ ਹੋਊਗਾ। ਬਸ ਇਹਦੇ ਬਾਰੇ ਤੁਸੀਂ ਇੰਨਾ ਹੀ ਫੈਕਟ ਯਾਦ ਰੱਖਣਾ ਬੱਚੇ। ਇਹ ਫਸਟ ਪ੍ਰੋਗਰਾਮਰ ਅਖਵਾਉਂਦੀ ਆ ਆਪਦੇ ਆਪ ਨੂੰ। ਠੀਕ ਹੈ, ਫਸਟ ਪ੍ਰੋਗਰਾਮਰ ਕੌਣ ਅਖਵਾਉਂਦੀ ਆ? ਉਹਦਾ ਨਾਮ ਤੁਸੀਂ ਯਾਦ ਰੱਖਣਾ, ਲੇਡੀ ਲੈਵਲੇਸ। ਠੀਕ, ਤਾਂ ਫਾਦਰ ਆਫ ਕੰਪਿਊਟਰ ਕੌਣ ਹੋ ਗਿਆ? ਚਾਰਲਸ ਬੇਬੇਜ ਹੋ ਗਿਆ, ਲੰਡਨ ਦਾ। ਤਾਂ ਇਹਨੇ ਪਹਿਲਾਂ ਮਤਲਬ ਕਿ ਡਿਫਰੈਂਸ ਇੰਜਨ ਜਿਹੜਾ ਉਹ ਤਿਆਰ ਕੀਤਾ ਸੀਗਾ। ਉਸ ਤੋਂ ਬਾਅਦ ਇਹਦੇ ਜਿਹੜਾ ਕੰਸੈਪਟ ਸੀਗਾ ਉਹਦੇ 'ਤੇ ਪ੍ਰੋਟੋਟਾਈਪ ਕੰਪਿਊਟਰ ਦਾ ਨਿਰਮਾਣ ਕੀਤਾ ਗਿਆ ਸੀ। ਸੋ ਦੈਟਸ ਵਾਈ ਅਸੀਂ ਚਾਰਲਸ ਬੇਬੇਜ ਨੂੰ ਕੀ ਕਹਿੰਦੇ ਆ? ਕੰਪਿਊਟਰ ਦਾ ਫਾਦਰ ਕਹਿੰਦੇ ਆ। ਹੁਣ ਆਪਾਂ ਕੰਪਿਊਟਰ ਕਰਦੇ ਰਹਿੰਦੇ ਆ। ਕੰਪਿਊਟਰ ਸਾਰਿਆਂ ਦੇ ਕੋਲ ਵੀ ਹੁੰਦਾ। ਕੰਪਿਊਟਰ ਅਸੀਂ ਹਰ ਐਗਜ਼ਾਮ ਦੇ ਵਿੱਚ ਪੜ੍ਹਦੇ ਆ। ਤਾਂ ਬੱਚੇ ਤੁਹਾਡੇ 'ਚੋਂ 90% ਬੱਚਿਆਂ ਨੂੰ ਤਕਰੀਬਨ ਕੰਪਿਊਟਰ ਦੀ ਫੁੱਲ ਫਾਰਮ ਨਹੀਂ ਪਤਾ ਹੋਣੀ, ਜੇ ਕਿਸੇ ਐਗਜ਼ਾਮ ਦੇ ਵਿੱਚ ਆ ਗਈ। ਦੈਨ ਇਹਦਾ ਜਿਹੜਾ ਕਰੈਕਟ ਆਂਸਰ ਆ ਬੱਚਾ ਉਹ ਤੁਸੀਂ ਦੇਖੋ। ਇਹਦਾ ਜਿਹੜਾ ਕਰੈਕਟ ਆਂਸਰ ਹੈ ਉਹ ਹੈ ਆਪਸ਼ਨ ਡੀ, ਕਾਮਨਲੀ ਆਪਰੇਟਡ ਮਸ਼ੀਨਸ ਯੂਜ਼ਡ ਇਨ ਟੈਕਨੀਕਲ ਐਂਡ ਐਜੂਕੇਸ਼ਨਲ ਰਿਸਰਚ। ਠੀਕ ਹੈ, ਕੰਪਿਊਟਰ ਦਾ ਪਿਤਾ ਆਪਾਂ ਹੁਣੇ ਦੇਖ ਕੇ ਹਟਿਆ, ਕਿਹਨੂੰ ਕਿਹਾ ਜਾਂਦਾ? ਚਾਰਲਸ ਬੇਬੇਜ ਨੂੰ ਕੰਪਿਊਟਰ ਦਾ ਪਿਤਾ ਕਿਹਾ ਜਾਂਦਾ ਗਾ। ਠੀਕ ਹੈ, ਪਾਸਕਲਾਈਨ ਜਾਂ ਪਾਸਕਲ ਕੈਲਕੂਲੇਟਰ ਸੀਗਾ ਜਿਹੜਾ 1642 ਦੇ ਵਿੱਚ। ਬੱਚੇ ਦੇਖੋ, ਇਹ ਜਿਹੜਾ ਪਾਸਕਲ ਮੈਂ ਤੁਹਾਨੂੰ ਪਹਿਲਾਂ ਵਾਲੇ ਪ੍ਰਸ਼ਨ 'ਚ ਦੱਸ ਕੇ ਹਟਿਆ। ਠੀਕ ਹੈ, ਪਾਸਕਲ ਜਾਂ ਫਿਰ ਪਾਸਕਲਾਈਨ, ਇਹਦੇ ਨਾਲ ਫਾਰਮੇਸ਼ਨ ਬਾਰੇ 42 ਤੇ 45 ਦੋ ਡੇਟ ਦੇ ਵਿੱਚ ਕਨਫਿਊਜ਼ਨ ਰਹਿੰਦਾ। ਇਹ ਮਤਲਬ ਕਿ ਹੁਣ ਐਗਜ਼ਾਮ ਵਾਲੇ ਦੇ ਬੱਚੇ ਉਹ ਮਤਲਬ ਕਿ ਕਿੱਥੋਂ ਚੀਜ਼ ਨੂੰ ਕਰੈਕਟ ਕਰੂਗਾ। ਠੀਕ ਹੈ, ਜੇ ਤਾਂ ਤੁਸੀਂ ਲੂਸੈਂਟ ਦੇਖੋਗੇ ਤਾਂ ਲੂਸੈਂਟ ਜੀਕੇ ਦੇ ਵਿੱਚ 1642 ਮਿਲੂਗਾ ਤੁਹਾਨੂੰ। ਜੇ ਤੁਸੀਂ ਮਤਲਬ ਕਿ ਰਿਹਾਂਤ ਵਾਲੀ ਫੋਲੋ ਕਰਦੇ ਹੋ ਤਾਂ ਤੁਹਾਨੂੰ ਉਹਦੇ 'ਚ 45 ਮਿਲੂਗਾ। ਠੀਕ ਹੈ, ਤਾਂ ਇਹ ਫਸਟ ਮੈਕੈਨੀਕਲ ਐਡਿੰਗ ਮਸ਼ੀਨ ਸੀਗੀ। ਇੱਕ ਰੈਕਟੈਂਗੂਲਰ ਬਾਕਸ ਦੇ ਵਾਂਗ ਇਹ ਹੁੰਦੀ ਸੀ। ਇਹਦੇ 'ਚ 8 ਡਿਸਕ ਹੁੰਦੀਆਂ ਸੀਗੀਆਂ ਜੋ ਯੂਨਿਟ ਦੇ ਨੰਬਰ ਨੂੰ ਦੱਸਦਾ ਸੀ। ਪਾਸਕਲਾਈਨ ਸੀਗਾ ਜਿਹੜਾ ਇਹ ਮਤਲਬ ਕਿ ਬਲੇਜ਼ ਪਾਸਕਲ ਦੇ ਨਾਮ 'ਤੇ ਇਹਦਾ ਨਾਮ ਪਿਆ ਸੀਗਾ, ਜਿਹੜਾ ਕਿ ਫਰਾਂਸ ਦਾ ਸੀਗਾ। ਕਲੀਅਰ ਹੋ ਗਿਆ? ਤਾਂ ਬੱਚੇ ਇੱਥੋਂ ਤੱਕ ਹੋਪਸੋ ਤੁਹਾਨੂੰ ਆਹ ਚੀਜ਼ਾਂ ਨੇ ਜਿਹੜੀਆਂ ਇਹ ਬਿਲਕੁਲ ਕਲੀਅਰ ਹੋ ਗਈਆਂ ਹੋਣਗੀਆਂ। ਚਲੋ ਉਸ ਤੋਂ ਬਾਅਦ ਆਪਾਂ CPU 'ਤੇ ਚੱਲਦੇ ਹਾਂ। ਨੈਕਸਟ ਪ੍ਰਸ਼ਨ ਦੇਖਦੇ ਹਾਂ ਆਪਣਾ, ਵਟ ਇਜ਼ ਦਾ ਫੁੱਲ ਫਾਰਮ ਆਫ CPU? ਤਾਂ ਬੱਚੇ CPU ਦੀ ਫੁੱਲ ਫਾਰਮ ਕੀ ਹੁੰਦੀ ਆ? ਤਾਂ ਇਹਦਾ ਕਰੈਕਟ ਆਂਸਰ ਹੋ ਜਾਊਗਾ ਸੈਂਟਰਲ ਪ੍ਰੋਸੈਸਿੰਗ ਯੂਨਿਟ। ਤਾਂ ਜਿਹੜੀ C ਆਪਸ਼ਨ ਆ ਉਹ ਇਹਦਾ ਕੀ ਹੋ ਜਾਊਗਾ? ਕਰੈਕਟ ਆਂਸਰ ਹੋ ਜਾਊਗਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ। ਤਾਂ ਜਿਹੜੇ ਬੱਚਿਆਂ ਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਬੱਚੇ, ਲਾਈਕ ਜ਼ਰੂਰ ਕਰ ਦਿਓ। ਜੇ ਤੁਹਾਨੂੰ ਕੋਈ ਪੁੱਛੇ ਕਿ ਜਿਹੜਾ ਆਪਣੇ ਕੰਪਿਊਟਰ ਵਰਡ ਆ, ਠੀਕ ਹੈ, ਇਹਦੀ ਫੁੱਲ ਫਾਰਮ ਕੀ ਆ? ਆਪਾਂ ਕਹਾਂਗੇ ਕਾਮਨਲੀ, C ਫॉर ਕਾਮਨਲੀ, O ਫॉर ਆਪਰੇਟਡ, M ਫॉर ਮਸ਼ੀਨ ਯੂਜ਼ਡ ਇਨ ਟੈਕਨੀਕਲ ਐਂਡ ਐਜੂਕੇਸ਼ਨਲ ਰਿਸਰਚ। ਤੇ ਇਹ ਕੰਪਿਊਟਰ ਸ਼ਬਦ ਆ ਜਿਹੜਾ ਉਹ ਕਿਹੜੀ ਭਾਸ਼ਾ ਤੋਂ ਲਿਆ ਗਿਆ? ਦੈਨ ਆਪਾਂ ਆਨਸਰ ਲਾਵਾਂਗੇ ਲੈਟਿਨ ਭਾਸ਼ਾ ਤੋਂ। ਇੱਥੋਂ ਚੀਜ਼ ਤੁਹਾਨੂੰ ਕਲੀਅਰ ਹੋਊਗੀ। ਤਾਂ ਬੱਚੇ ਜੇ ਕੰਪਿਊਟਰ ਦੇ ਆ ਜੇ ਤੁਹਾਨੂੰ ਮੁੱਖ ਫੰਕਸ਼ਨ ਕੀ ਨੇ, ਤਾਂ ਪਹਿਲਾਂ ਇਹਦੇ 'ਚ ਇਨਪੁਟ ਜਾਂਦੀ ਆ, ਫਿਰ ਇਹਦੇ 'ਚ ਮਤਲਬ ਕਿ ਪ੍ਰੋਸੈਸ ਹੁੰਦਾ, ਫਿਰ ਇਹਦੇ 'ਚ ਆਊਟਪੁੱਟ ਆਉਂਦੀ ਹੈ, ਫਿਰ ਉਸ ਤੋਂ ਬਾਅਦ ਸੋਚਿਆ ਜਾਂਦਾ ਵੀ ਡਾਟੇ ਨੂੰ ਆਪਾਂ ਸਟੋਰ ਕਰਨਾ ਜਾਂ ਫਿਰ ਨਹੀਂ ਕਰਨਾ। ਠੀਕ ਹੈ,
एक इहदे च होर बेसिक यूनिट जिहड़ियां पुछियां जांदियां ने, एक हुंदा डेटा। हुण डेटा की हुंदा, जिन्ना चिर मतलब कि मैं हुण कंप्यूटर नूं M कहता, फिर मैं A दसता, फिर मैं N दसता, फिर मैं ठीक है एक दसता, इस तरह मैं करके मैन बाने नूं कुछ इंस्ट्रक्शन दे दियां, ਤਾਂ ਇਹ ਹਜੇ ਤੱਕ ਕੰਪਿਊਟਰ ਨੇ ਮਤਲਬ ਕਿ ਪ੍ਰੋਸੈਸ ਨਹੀਂ ਕੀਤੀਆਂ, ਮੈਂ ਕੀਬੋਰਡ ਤੇ ਦੱਬੀ ਜਾ ਰਿਹਾ। ਉਹ ਹੁੰਦਾ ਡੇਟਾ ਜਿਹੜਾ ਅਸੀਂ ਐਂਟਰ ਕਰਦੇ ਹਾਂ, ਇਹਨੂੰ ਕਹਿੰਦੇ ਨੇ ਅਨਪ੍ਰੋਸੈਸ। ਠੀਕ ਹੈ, ਡੇਟਾ ਕੀ ਹੁੰਦਾ? ਅਨਪ੍ਰੋਸੈਸ। ਇਸ ਤੋਂ ਬਾਅਦ ਹੁੰਦੀ ਹੈ ਇਹ ਇਨਫੋਰਮੇਸ਼ਨ। ਇਨਫੋਰਮੇਸ਼ਨ ਕਦੋਂ ਬਣਦੀ ਆ? ਜਦੋਂ ਇਹੀ ਡੇਟੇ ਨੂੰ ਕੰਪਿਊਟਰ ਆਪਣੇ ਆਪ 'ਚ ਕੀ ਕਰ ਲੈਂਦਾ? ਪ੍ਰੋਸੈਸ ਕਰ ਲੈਂਦਾ, ਉਹਦੀ ਗਣ ਨਾਲ ਆਪਦੀ ਮਸ਼ੀਨੀ ਭਾਸ਼ਾ ਦੇ ਵਿੱਚ ਉਹਨੂੰ ਤੋੜ ਮਰੋੜ ਕਰ ਲੈਂਦਾ, ਉਹਨੂੰ ਕਹਿੰਦੇ ਆ ਇਨਫੋਰਮੇਸ਼ਨ। ਠੀਕ ਹੈ, ਅਤੇ ਇਸ ਤੋਂ ਬਾਅਦ ਇੰਸਟਰਕਸ਼ਨ ਕੀ ਹੁੰਦੀਆਂ ਨੇ? ਜਿਹੜੀਆਂ ਕਮਾਂਡਰ ਆਪਣਾ ਕਮਾਂਡ ਦਿੱਤੀ ਜਾਂਦੀ ਹੈ ਯੂਜ਼ਰ ਦੇ ਦੁਆਰਾ ਕੰਪਿਊਟਰ ਨੂੰ, ਉਹਨੂੰ ਕਹਿੰਦੇ ਆ ਇੰਸਟਰਕਸ਼ਨਸ। ਠੀਕ, ਹੁਣ ਆਪਾਂ ਗੱਲ ਕਰਦੇ ਹਾਂ ਬੱਚਾ CPU ਦੀ। ਠੀਕ ਹੈ, ਤਾਂ ਇੱਥੇ CPU ਦੀ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ। CPU ਦੀ ਫੁੱਲ ਫਾਰਮ ਕੀ ਆ? ਸੈਂਟਰਲ ਪ੍ਰੋਸੈਸਿੰਗ ਯੂਨਿਟ ਆ। ਤਾਂ ਹੁਣ ਇਹਦੇ ਬਾਰੇ ਆਪਾਂ ਇੱਥੇ ਬੇਸਿਕ ਫੈਕਟ ਦੇਖ ਲੈਂਦੇ ਹਾਂ। ਮੁੱਖ ਕੰਮ ਇਹਦਾ ਕੀ ਹੁੰਦਾ? ਇਹਦਾ ਕੰਮ ਹੁੰਦਾ ਟਰਾਂਸਫਰ ਕਰਨਾ। ਟਰਾਂਸਫਰ ਮੀਨਸ ਕਿ ਤਬਦੀਲ ਕਰਨਾ ਜਾਂ ਇੱਧਰ ਉੱਧਰ ਕਰਨਾ। ਅਤੇ ਕਿਹਨੂੰ ਇੱਧਰ ਉੱਧਰ ਕਰਦੀ ਹੈ ਬੱਚੇ? ਇਹ ਟਰਾਂਸਫਰ ਕਰਦੀ ਹੈ ਇਹ ਜਿਹੜੀਆਂ ਵੀ ਇਨਪੁਟ ਇੰਸਟਰਕਸ਼ਨ ਹੁੰਦੀਆਂ ਨੇ। ਠੀਕ ਹੈ, ਉਹਨੂੰ ਮਤਲਬ ਕਿ ਬਾਕੀ ਸਾਰੀ ਉਹਦੇ ਨਾਲ ਜੋੜਦੀ ਅੱਗੇ। ਜਿਵੇਂ ਕਿ ਹੁਣ ਆਪਣੇ ਪਹਿਲਾਂ ਮਤਲਬ ਜੋ ਵੀ ਆਪਾਂ ਡੇਟਾ ਐਂਟਰ ਕੀਤਾ, ਆਪਾਂ ਕੋਈ ਵੀ ਇਹਦੇ 'ਚ ਇੰਸਟਰਕਸ਼ਨ ਐਂਟਰ ਕਰਦੇ ਹਾਂ, ਉਹਨੂੰ ਇਹ ਕੀ ਕਰਦੀ ਆ? ਮੇਨ ਮੈਮਰੀ ਤੋਂ ਅੱਗੇ ਲੈ ਕੇ ਜਾਂਦੀ ਆ। ਠੀਕ ਹੈ, ਅਤੇ ਇਸ ਤੋਂ ਬਾਅਦ ਜਦੋਂ ਇਹ ਉਹਦੇ ਤੋਂ ਡਾਟਾ ਪ੍ਰੋਸੈਸ ਹੋ ਜਾਂਦਾ, ਮਤਲਬ ਰਜਿਸਟਰ ਮੈਮਰੀ ਤੱਕ ਲੈ ਕੇ ਜਾਂਦੀ ਹੈ। ਜਦੋਂ ਆਪਾਂ ਪਹਿਲਾਂ ਇੱਕ ਦਿੰਦੇ ਹਾਂ ਇਹਨੂੰ ਕੋਈ ਵੀ ਇੰਸਟਰਕਸ਼ਨ ਦਿੰਦੇ ਹਾਂ, ਫਿਰ ਇਹ ਆਊਟਪੁੱਟ ਵਾਪਸ ਲੈ ਕੇ ਆਉਂਦਾ। ਜਿੰਨੀਆਂ ਕੰਪਿਊਟਰ ਦੇ ਵਿੱਚ ਸਾਰੀਆਂ ਗੰਨਾਂ ਹੁੰਦੀਆਂ ਨੇ ਉਹ ਕਾਹਦੇ 'ਚ ਹੁੰਦੀਆਂ ਨੇ? CPU ਦੇ ਵਿੱਚ ਹੁੰਦੀਆਂ ਨੇ। ਅੱਗੇ ਇਹਦੇ 'ਚ ALU CU ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ, ਜਿੰਨਾ ਕੁਛ ਹੁੰਦਾ ਉਹ ਸਾਰਾ ਕੁਛ ਇਸੇ ਦੇ ਵਿੱਚ ਹੀ ਹੁੰਦਾ CPU ਦੇ ਵਿੱਚ। ਇਸ ਤੋਂ ਬਾਅਦ ਵਿਚ ਵਨ ਆਫ ਦਾ ਫੋਲੋਇੰਗ ਕੰਪਿਊਟਰ ਲੈਂਗੁਏਜ ਇਜ਼ ਰਿਟਨ ਇਜ਼ ਬਾਈਨਰੀ ਕੋਡ ਓਨਲੀ। ਬਾਈਨਰੀ ਕੋਡ ਦੇ ਵਿੱਚ ਕੀ ਇੱਥੇ ਲਿਖਿਆ ਜਾਂਦਾ? ਤਾਂ ਬੱਚੇ ਦੇਖੋ, ਜਿਹੜੀ ਆਪਣੇ ਕੰਪਿਊਟਰ ਦੇ ਵਿੱਚ ਭਾਸ਼ਾ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਆ? 3 ਤਰ੍ਹਾਂ ਦੀ ਹੁੰਦੀ ਆ। ਸਭ ਤੋਂ ਪਹਿਲਾਂ ਹੁੰਦੀ ਆ ਲੋ ਲੈਵਲ ਦੀ ਭਾਸ਼ਾ। ਠੀਕ ਹੈ, ਲੋ ਲੈਵਲ ਲੈਂਗੁਏਜ, ਇਹਨੂੰ LL ਲਿਖਿਆ ਜਾਂਦਾ। ਫਿਰ ਇਸ ਤੋਂ ਬਾਅਦ ਹੁੰਦੀ ਆ ਮੀਡੀਅਮ ਲੈਵਲ ਦੀ। ਠੀਕ ਹੈ, MLL। ਫਿਰ ਆਉਂਦੀ ਆ ਹਾਈ ਲੈਵਲ ਦੀ HLL। ਠੀਕ ਹੈ, ਹੁਣ ਜਿਹੜੀ ਤਾਂ ਲੋ ਲੈਵਲ ਦੀ ਹੁੰਦੀ ਆ, ਬਸ ਇਹ 'ਚ ਇੰਨੇ ਯਾਦ ਰੱਖਣਾ ਵੀ ਇਹਦੇ 'ਚ ਅੱਗੇ 2 ਹੁੰਦੀਆਂ ਨੇ। ਇੱਕ ਇਹਦੇ 'ਚ ਹੁੰਦੀ ਆ ਮਸ਼ੀਨੀ ਭਾਸ਼ਾ, ਠੀਕ ਹੈ, ਦੂਸਰੀ ਇਹਦੇ 'ਚ ਹੁੰਦੀ ਆ ਅਸੈਂਬਲੀ। ਹੁਣ ਜਿਹੜੀ ਇੱਥੇ ਮਸ਼ੀਨੀ ਆ ਇਹਦੇ 'ਚ 0 ਤੇ 1 ਹੁੰਦਾ ਗਾ। ਜਿਹੜੀ ਇਹ ਮੀਡੀਅਮ ਆ ਇਹਦੇ 'ਚ ਸਿਰਫ C ਭਾਸ਼ਾ ਹੁੰਦੀ ਆ। ਜਿਹੜੀ HLL ਆ ਮਤਲਬ ਕਿ ਹਾਈ ਲੈਵਲ ਵਾਲੀ ਆ, ਇਹ ਦੇ ਵਿੱਚ ਆ ਜਾਂਦੀ ਆ ਸਾਡੀ ਜਾਵਾ, ਪਾਸਕਲ, ਫੋਰਟ, ਠੀਕ ਹੈ, ਫੋਰਟਰਨ, ਬੇਸਿਕ। ਤਾਂ ਇਹ ਜਿਹੜੀਆਂ ਭਾਸ਼ਾ ਨੇ ਸਾਰੀਆਂ ਇਹ ਕਾਹਦੇ 'ਚ ਆਉਂਦੀਆਂ ਨੇ? ਹਾਈ ਲੈਵਲ ਲੈਂਗੁਏਜ ਨੇ। ਮੀਡੀਅਮ ਕਿਹੜੀ ਆ? C ਆ। ਅਤੇ ਲੋ ਲੈਵਲ 'ਚ ਕਿਹੜੀਆਂ ਨੇ? ਮਸ਼ੀਨੀ ਅਤੇ ਅਸੈਂਬਲੀ। ਮਸ਼ੀਨੀ 'ਚ 0 ਤੇ 1 ਆ। ਹੁਣ ਦੇਖੋ ਇਹਦੇ 'ਚ ਕੰਪਿਊਟਰ ਲੈਂਗੁਏਜ ਰਿਟਨ ਇਨ ਬਾਈਨਰੀ ਕੋਡ ਓਨਲੀ। ਤਾਂ ਮਤਲਬ ਬੱਚੇ ਇਹਦਾ ਕਰੈਕਟ ਆਨਸਰ ਆਪਾਂ ਕੀ ਲਾਵਾਂਗੇ? ਇਹਦਾ ਕਰੈਕਟ ਆਨਸਰ ਹੋ ਜਾਊਗਾ ਮਸ਼ੀਨ ਲੈਂਗੁਏਜ। ਠੀਕ ਹੈ, ਆ ਬਾਕੀ ਮੈਂ ਤੁਹਾਨੂੰ ਇਹਦੇ ਬਾਰੇ ਬੱਚੇ ਚੀਜ਼ ਦੱਸਤੀ। ਆ ਆਪਣੇ ਪਾਸਕਲ ਇਹਦੇ 'ਚ ਆ ਗਈ, ਹਾਈ ਲੈਵਲ 'ਚ ਹੋਊਗੀ। ਠੀਕ ਹੈ, ਆ C ਆਪਣੀ ਕਿਹੜੀ ਆ? ਇਹ ਮੀਡੀਅਮ ਵਾਲੀ ਹੋਊਗੀ। ਅਤੇ ਇਹਦਾ ਕਰੈਕਟ ਆਨਸਰ ਹੋਣਾ ਸੀ ਜਿਹੜਾ ਆਪਣਾ ਮਸ਼ੀਨ ਲੈਂਗੁਏਜ ਹੋਊਗਾ। ਕਲੀਅਰ ਹੋ ਗਿਆ। ਔਰ ਉਸ ਤੋਂ ਵਿੱਚ ਬੱਚੇ ਜਿਹੜੀ ਜਾਵਾ ਲੈਂਗੁਏਜ ਆ, ਇਹ ਮਤਲਬ ਕਿ 1995 ਦੇ ਵਿੱਚ ਬਾਕੀਆਂ ਦੇ ਮੁਕਾਬਲੇ ਨਵੀਂ ਭਾਸ਼ਾ ਹੈ। ਠੀਕ ਹੈ, ਤਾਂ ਨੈਕਸਟ ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਬ੍ਰੇਨ ਆਫ ਕੰਪਿਊਟਰ। ਮੈਂ ਤੁਹਾਨੂੰ ਪਹਿਲਾਂ ਦੱਸਿਆ CPU ਕੀ ਹੁੰਦਾ? ਸੈਂਟਰਲ ਪ੍ਰੋਸੈਸਿੰਗ ਯੂਨਿਟ। ਠੀਕ ਹੈ, CU ਕੀ ਹੁੰਦਾ? ਕੰਟਰੋਲ ਯੂਨਿਟ। ALU ਕੀ ਹੁੰਦਾ? ਅਰਥਮੈਟਿਕ ਲੌਜਿਕ ਯੂਨਿਟ। PC ਕੀ ਹੁੰਦਾ? ਪਰਸਨਲ ਕੰਪਿਊਟਰ। ਠੀਕ ਹੈ, HTML ਕੀ ਹੁੰਦਾ? ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੁੰਦਾ। IP ਕੀ ਹੁੰਦਾ ਬੱਚੇ? ਇਹਦੀ ਫੁੱਲ ਫਾਰਮ ਤੁਸੀਂ ਕਮੈਂਟ ਕਰਕੇ ਦੱਸਣਾ। CD ਕੀ ਹੁੰਦੀ ਆ? ਕੰਪੈਕਟ ਡਿਸਕ ਹੁੰਦੀ ਆ। ਠੀਕ ਹੈ, ROM ਕੀ ਹੁੰਦਾ? ਰੀਡ ਓਨਲੀ ਮੈਮਰੀ ਹੁੰਦਾ। RAM ਕੀ ਹੁੰਦਾ? ਰੈਂਡਮ ਅਸੈਸ ਮੈਮਰੀ ਹੁੰਦਾ। ਇਹ ਕੁਛ ਬੇਸਿਕ ਫੁੱਲ ਫਾਰਮ ਨੇ ਬੱਚੇ। ਠੀਕ ਹੈ, ਆਪਣਾ ਹੋਰ ਚਲੋ ਜੋ ਅੱਗੇ ਆ ਗਈਆਂ ਬੱਚੇ ਮੈਂ ਤੁਹਾਨੂੰ ਨਾਲ ਦੀ ਨਾਲ ਕਲੀਅਰ ਕਰ ਦੂੰਗਾ। ਠੀਕ ਹੈ, ਤਾਂ ਇਹਦੇ 'ਚ ਆ ਗਿਆ, ਮੈਂ ਤੁਹਾਨੂੰ ਦੱਸਿਆ ਵੀ ਕੰਪਿਊਟਰ ਦੇ ਵਿੱਚ ਜਿੰਨਾ ਕੁਛ ਹੁੰਦਾ ਸਾਰਾ ਕੁਛ CPU ਦੇ ਵਿੱਚ ਹੀ ਕੀਤਾ ਜਾਂਦਾ। ਇਹ ਪਹਿਲਾਂ ਜਿੰਨੀ ਆਪਾਂ ਡੇਟਾ ਦਿੰਦੇ ਆ ਉਹ ਸਾਰੇ ਨੂੰ ਇਹ ਗ੍ਰਹਿਣ ਕਰਦਾ, ਫਿਰ ਉਹਨੂੰ ਇਹ ਇਨਫੋਰਮੇਸ਼ਨ 'ਚ ਚੇਂਜ ਕਰਦਾ, ਫਿਰ ਉਹ ਕੰਪਿਊਟਰ ਨੂੰ ਅੱਗੇ ਦੱਸਦਾ, ਫਿਰ ਇੱਥੇ ਸਾਰਾ ਆਪਦੇ 'ਚ ਪ੍ਰੋਸੈਸ ਕਰਕੇ ਦੁਬਾਰਾ ਇਹ ਆਊਟਪੁੱਟ ਪ੍ਰਦਾਨ ਕਰਾਉਂਦਾ। ਤਾਂ ਕੰਪਿਊਟਰ ਦੇ ਵਿੱਚ ਸਾਰੀਆਂ ਚੀਜ਼ਾਂ ਜਦੋਂ CPU ਕਰ ਰਿਹਾ ਦੈਨ ਫਿਰ ਇਹਦਾ ਬ੍ਰੇਨ ਵੀ ਕੀ ਹੋਊਗਾ? CPU ਹੀ ਹੋਊਗਾ। ਠੀਕ ਹੈ, ਤਾਂ ਬੱਚੇ ਪੰਜਵੇਂ ਦਾ ਇੱਥੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਆ ਜਿਹੜਾ ਇਹਦਾ ਕਰੈਕਟ ਆਨਸਰ ਹੋ ਜਾਊਗਾ ਆਪਸ਼ਨ A। ਅਤੇ ਆ ਜਿਹੜਾ ਅਰਥਮੈਟਿਕ ਲੌਜਿਕ ਯੂਨਿਟ ਆ ਇਹ ਵੀ ਇਹਦੇ 'ਚ ਹੀ ਆ। ਕੰਟਰੋਲ ਯੂਨਿਟ ਇਹਦਾ ਅੱਗੇ ਸਬ ਟਾਈਪ ਜਾਂ ਫਿਰ ਸਬ ਪਾਰਟ ਕਹਿ ਸਕਦੇ ਹੋ ਤੁਸੀਂ। ਅਤੇ ਜਿਹੜੀ ਮੈਮਰੀ ਆ ਬੱਚੇ, ਮੈਮਰੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਇੱਕ ਪ੍ਰਾਇਮਰੀ ਮੈਮਰੀ ਹੁੰਦੀ ਹੈ, ਇੱਕ ਸੈਕੰਡਰੀ ਮੈਮਰੀ ਹੁੰਦੀ ਆ। ਮੈਮਰੀ ਬਾਰੇ ਬੱਚੇ ਮੈਂ ਤੁਹਾਨੂੰ ਆਪਣੇ ਕੰਪਿਊਟਰ ਦੀ ਇਹ ਆਪਣੀ ਕਲਾਸ ਪਈ ਆ, ਉਹਦੇ 'ਚ ਤੁਹਾਨੂੰ ਮੈਂ ਡਿਟੇਲ ਨਾਲ ਕਰਵਾਇਆ ਵੀ ਹੋਇਆ। ਇਸ ਤੋਂ ਬਾਅਦ ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਸਮਾਲੈਸਟ ਯੂਨਿਟ ਆਫ ਆ ਡੇਟਾ ਇਨ ਆ ਕੰਪਿਊਟਰ। ਤਾਂ ਕੰਪਿਊਟਰ ਦੇ ਵਿੱਚ ਸਭ ਤੋਂ ਜਿਹੜਾ ਸਮਾਲੈਸਟ ਆਪਣੀ ਯੂਨਿਟ ਹੁੰਦੀ ਆ ਕਾਹਦੀ? ਮੈਮਰੀ ਦੀ। ਠੀਕ ਹੈ, ਉਹ ਕੀ ਹੈ?
ਤਾਂ ਬੱਚੇ ਇੱਕ ਜਿਹੜਾ IP ਐਡਰੈਸ ਹੁੰਦਾ ਤੁਸੀਂ ਉਹ ਦੱਸਣਾ ਵੀ IP ਐਡਰੈਸ ਆ ਜਿਹੜਾ ਉਹ ਕਿੰਨੇ ਬਿਟ ਦਾ ਹੁੰਦਾਗਾ। ਠੀਕ ਹੈ, ਹੁਣ ਆ ਗਈ ਗੱਲ ਆਪਣੀ ਇੱਥੇ ਮੈਮਰੀ ਦੀ। ਤਾਂ ਬੱਚੇ ਦੇਖੋ ਮੈਮਰੀ ਜਿਹੜੀ ਇਹ ਡਿਵਾਈਡ ਕੀਤੀ ਹੁੰਦੀ ਆ ਸੈਲਸ ਦੇ ਵਿੱਚ, ਤਾਂ ਇਹਨਾਂ ਨੇ ਆਪਾਂ ਨੂੰ ਪੁੱਛਿਆ ਸਭ ਤੋਂ ਛੋਟਾ, ਤਾਂ ਤੁਸੀਂ ਯਾਦ ਰੱਖਣਾ BNB। ਸਾਰਿਆਂ ਨੂੰ ਪਹਿਲਾਂ ਇੱਥੇ ਬਿਟ ਹੈ, ਫਿਰ ਇੱਥੇ ਨਿਬਲ ਆ, ਫਿਰ ਇੱਥੇ ਵਾਈਟ ਹੈ। ਠੀਕ ਹੈ, ਫਿਰ ਇਸ ਤੋਂ ਬਾਅਦ KB ਹੈ, ਮਤਲਬ ਉਹ ਤਾਂ ਚਲੋ ਬਾਅਦ ਦੀ ਗੱਲ ਰਹੀ। ਠੀਕ ਹੈ, ਤੁਸੀਂ ਇਹਨੂੰ ਕੀ ਯਾਦ ਰੱਖਣਾ, ਬਿਟ ਨਿਬਲ ਵਾਈਟ KB। ਹੁਣ ਜਿੱਥੇ ਤਾਂ ਇੱਕ ਬਿਟ ਹੋਊਗਾ ਤੇ ਜਿੱਥੇ ਨਿਬਲ ਬਣੂਗਾ ਉੱਥੇ 4 ਬਿਟ ਹੋਣਗੇ, 4 ਬਿਟ ਦਾ ਮਿਲ ਕੇ ਇੱਕ ਨਿਬਲ ਬਣਦਾ। ਠੀਕ ਹੈ, 8 ਨਿਬਲ ਦਾ ਅੱਗੇ ਇੱਕ ਬਾਈਟ ਬਣਦਾ, 1024 ਬਾਈਟ ਦੀ ਅੱਗੇ KB ਬਣਦੀ ਆ, 1024 KB ਦਾ ਅੱਗੇ ਇੱਕ MB ਬਣਦੀ ਆ, 1024 MB ਦੀ ਅੱਗੇ GB ਬਣਦੀ ਆ, ਜਿਹੜੀ ਕਿ ਆਪਾਂ ਡੇਲੀ ਰੀਲਸ ਇੰਸਟਾਗ੍ਰਾਮ ਤੇ ਦੇਖਣ ਦੇ ਲਈ ਜਾਂ YouTube ਤੇ ਸ਼ਾਰਟਸ ਵਗੈਰਾ ਦੇਖਣ ਦੇ ਲਈ ਲਾ ਦਿੰਦੇ ਆ। ਜਦੋਂ ਫਿਰ ਅਸੀਂ ਸਟੱਡੀ ਵਾਲੀ ਕੋਈ ਕਲਾਸ ਲਾਉਣੀ ਹੁੰਦੀ ਆ ਦੈਨ ਸਾਡੇ ਕੋਲੇ ਡੇਟਾ ਜਿਹੜੇ ਉਹਦੀ ਘਾਟ ਪੈ ਜਾਂਦੀ ਹੈ, ਫਿਰ ਸਾਨੂੰ ਐਡ ਔਨ ਪੈਕ ਆ ਜਿਹੜੇ ਉਹ ਕਰਨੇ ਪੈਂਦੇ ਆ। ਤਾਂ ਬੱਚੇ ਆਹ ਚੀਜ਼ ਤੁਹਾਨੂੰ ਕਲੀਅਰ ਹੋ ਗਈ। ਇੱਥੋਂ ਸਭ ਤੋਂ ਛੋਟੀ ਯੂਨਿਟ ਬਿਟ ਹੁੰਦੀ ਆ, ਫਿਰ ਇਹਦੋਂ ਬਾਅਦ ਨਿਬਲ ਹੁੰਦਾ, ਫਿਰ ਵਾਈਟ ਹੁੰਦਾ। ਗਰੁੱਪ ਆਫ 8 ਬਿਟ ਮੈਂ ਤੁਹਾਨੂੰ ਹੁਣ ਦੱਸ ਹੀ ਚੁੱਕਿਆ। ਠੀਕ ਹੈ, ਵਰਡ ਆ ਜਿਹੜਾ ਘੱਟੋ ਘੱਟ 8 ਬਿਟ ਦਾ ਹੋ ਸਕਦਾ ਤੇ ਮੈਕਸਿਮਮ ਲੌਂਗ ਕਿੰਨੇ ਦਾ ਹੋ ਸਕਦਾ, 96 ਬਿਟ ਦਾ ਹੋ ਸਕਦਾ। ਜੇ ਆਪਾਂ ਮੈਮਰੀ ਦੀ ਗੱਲ ਕਰੀਏ, ਮੈਮਰੀ ਦੋ ਭਾਗਾਂ ਦੇ ਵਿੱਚ ਡਿਵਾਈਡ ਹੁੰਦੀ ਹੈ, ਇੱਕ ਇੰਟਰਨਲ ਮੈਮਰੀ ਹੁੰਦੀ ਹੈ, ਇੱਕ ਐਕਸਟਰਨਲ ਮੈਮਰੀ ਹੁੰਦੀ ਆ। ਜਿਹੜੀ ਇੰਟਰਨਲ ਹੁੰਦੀ ਹੈ ਜਿਹਤੇ CPU ਵਰਕ ਕਰਦਾ, ਐਕਸਟਰਨਲ ਤਾਂ ਬਾਹਰਲੀ ਹੋਏਗੀ। ਠੀਕ ਹੈ, ਇੰਟਰਨਲ ਦੇ ਵਿੱਚ CPU ਰਜਿਸਟਰ ਹੁੰਦੇ ਨੇ, ਕੈਸ਼ ਮੈਮਰੀ ਹੁੰਦੀ ਆ, ਮੇਨ ਮੈਮਰੀ ਹੁੰਦੀ ਆ। ਠੀਕ, ਤੇ ਜਿਹੜੀ ਕੈਸ਼ ਮੈਮਰੀ ਹੁੰਦੀ ਆ ਬੱਚੇ ਵੈਰੀ ਹਾਈ ਸਪੀਡ ਮੈਮਰੀ ਹੁੰਦੀ ਆ, ਯਾਦ ਰੱਖਣਾ। ਸੈਮੀ ਕੰਡਕਟਰ ਮੈਮਰੀ ਹੁੰਦੀ ਆ, ਇਹ ਬਫਰ ਕਰਦੀ ਆ ਬਿਟਵੀਨ CPU ਐਂਡ ਮੇਨ ਮੈਮਰੀ। ਜੇ ਤੁਹਾਨੂੰ ਆ ਜੇ ਵੀ CPU ਸੈਂਟਰਲ ਪ੍ਰੋਸੈਸਿੰਗ ਯੂਨਿਟ ਤੇ ਮੇਨ ਮੈਮਰੀ ਦੇ ਵਿਚਾਲੇ ਯਾਨੀ ਕਿ RAM ਦੇ ਵਿਚਾਲੇ ਜਿਹੜਾ ਬਫਰ ਜਿਵੇਂ ਹੁਣ ਆਪਾਂ YouTube ਤੇ ਕੋਈ ਵੀਡੀਓ ਦੇਖਦੇ ਹਾਂ, ਤੁਹਾਡਾ ਨੈਟ ਸਲੋ ਹੋ ਜੇ ਤਾਂ ਇੱਕ ਤੁਹਾਡੇ ਕੋਲੇ ਰਾਊਂਡ ਸਰਕਲ ਜਿਹਾ ਘੁੰਮਦਾ ਰਹਿੰਦਾ, ਉਹਨੂੰ ਕਹਿੰਦੇ ਆ ਬਫਰ ਹੋਣਾ, ਮਤਲਬ ਵਿਚਾਲੇ ਕੰਮ ਹੋ ਰਿਹਾ। ਤਾਂ CPU ਤੇ RAM ਦੇ ਵਿਚਾਲੇ ਜਿਹੜਾ ਬਫਰ ਕਰਦੀ ਆ ਉਹ ਕੌਣ, ਕੈਸ਼ ਮੈਮਰੀ ਹੈ ਜਿਹੜੀ ਉਹ ਕਰਦੀ ਆ, ਤੇ ਵੈਰੀ ਹਾਈ ਸਪੀਡ ਮੈਮਰੀ ਆ, ਸੈਮੀ ਕੰਡਕਟਰ ਮੈਮਰੀ ਆ। ਫਾਇਦੇ ਕੀ ਨੇ, ਮੇਨ ਮੈਮਰੀ ਤੋਂ ਇਹ ਫਾਸਟ ਹੁੰਦੀ ਆ, ਸ਼ਾਰਟ ਟਾਈਮ ਦੇ ਲਈ ਇੰਸਟਰਕਸ਼ਨ ਰੱਖਦੀ ਆ। ਠੀਕ ਹੈ, ਟੈਂਪਰੇਰੀ ਯੂਜ਼ ਦੇ ਲਈ ਡਾਟਾ ਸਟੋਰ ਕਰਕੇ ਰੱਖਦੀ ਆ। ਨੁਕਸਾਨ ਕੀ ਆ, ਇਹਦੀ ਲਿਮਿਟਡ ਕੈਪੈਸਿਟੀ ਹੁੰਦੀ ਆ ਤੇ ਵੈਰੀ ਐਕਸਪੈਂਸਿਵ ਹੁੰਦੀ ਆ ਇਹ ਚੀਜ਼। ਠੀਕ, ਤਾਂ ਬੱਚੇ ਆ ਤੁਸੀਂ ਇੰਨੇ ਕੁ ਫੈਕਟ ਆ ਜਿਹੜੇ ਮੈਮਰੀ ਦੇ ਨਾਲ ਵੀ ਇੱਥੋਂ ਜੋੜ ਕੇ ਇਹਨੂੰ ਦੇਖ ਸਕਦੇ ਹੋ। ਇਸ ਤੋਂ ਬਾਅਦ ਜਿਹੜੀ ਪ੍ਰਾਇਮਰੀ ਮੈਮਰੀ ਹੁੰਦੀ ਆ, ਠੀਕ ਹੈ, ਉਹ ਡਾਇਰੈਕਟਲੀ ਅਸੈਸ CPU ਹੁੰਦੀ ਹੈ, ਕੰਪਿਊਟਰ ਇਹਦੇ ਬਿਨਾ ਨਹੀਂ ਚੱਲ ਸਕਦਾ। ਤੇ ਜਿਹੜੀ ਬੱਚੋ ਪ੍ਰਾਇਮਰੀ ਮੈਮਰੀ ਆ, ਠੀਕ ਹੈ, ਜਿਵੇਂ ਹੁਣ ਆਪਾਂ ਕਹਿ ਦਈਏ ਆਪਾਂ ਹੁਣ ਹਾਈ ਸਕੂਲ ਦੇ ਵਿੱਚ ਪੜ੍ਹਦੇ ਹਾਂ, ਸੀਨੀਅਰ ਸੈਕੰਡਰੀ 'ਚ ਪੜ੍ਹਦੇ ਹਾਂ, ਪਰ ਪੜ੍ਹ ਕੇ ਤਾਂ ਆਪਣਾ ਪਹਿਲਾਂ ਪ੍ਰਾਇਮਰੀਆਂ 'ਚ ਹੀ ਆਉਂਦੇ ਆ ਨਾ, ਤਾਂ ਪ੍ਰਾਇਮਰੀ ਆਪਣਾ ਬੇਸ ਹੁੰਦੀ ਆ ਚੀਜ਼। ਠੀਕ ਹੈ, ਪ੍ਰਾਇਓਰਟੀ ਕਹ ਲਓ, ਪ੍ਰਾਇਮਰੀ ਕਹ ਲਓ, ਤਾਂ ਡਾਇਰੈਕਟਲੀ ਇਹ CPU ਦੀ ਅਸੈਸੇਬਲ ਮੈਮਰੀ ਹੁੰਦੀ ਆ। ਕੰਪਿਊਟਰ ਇਹਦੇ ਬਿਨਾ ਨਹੀਂ ਚੱਲ ਸਕਦਾ, ਕਿਹਦੇ ਬਿਨਾ, ਪ੍ਰਾਇਮਰੀ ਮੈਮਰੀ ਦੇ ਬਿਨਾ। ਠੀਕ ਹੈ, ਇਹ ਕਲੋਜ਼ ਹੁੰਦੀ ਆ CPU ਦੇ ਔਨ ਮਦਰਬੋਰਡ। ਤੇ ਇਹ ਕਿਹਦੇ ਕਲੋਜ਼ ਹੁੰਦੀ ਆ, CPU ਦੇ। ਕਿੱਥੇ, ਮਦਰਬੋਰਡ ਦੇ। ਮਦਰਬੋਰਡ ਦੇ ਵਿੱਚ ਹੁੰਦਾ CPU ਦੇ। CPU ਬੜੀ ਜਲਦੀ ਇਹਦੇ ਉੱਪਰੋਂ ਡਾਟਾ ਜਿਹੜਾ ਉਹ ਰੀਡ ਕਰ ਲੈਂਦਾ। ਸੈਕੰਡਰੀ ਤੋਂ ਇਹ ਫਾਸਟ ਹੁੰਦੀ ਆ, ਪ੍ਰਾਇਮਰੀ ਮੈਮਰੀ। ਠੀਕ ਹੈ, ਕੈਸੇ ਤੇ ਜਿਹੜੀ ਕੈਸੇ ਮੈਮਰੀ ਤੇ ਰਜਿਸਟਰ ਮੈਮਰੀ ਹੁੰਦੀ ਆ ਉਹਦੇ ਨਾਲੋਂ ਸਲੋ ਹੁੰਦੀ ਆ। ਤਾਂ ਸਭ ਤੋਂ ਫਾਸਟ ਕੈਸੇ ਹੁੰਦੀ ਆ, ਫਿਰ ਰਜਿਸਟਰ ਮੈਮਰੀ ਹੁੰਦੀ ਆ। ਇਸ ਤੋਂ ਬਾਅਦ ਜਿਹੜੀ ਸੈਕੰਡਰੀ ਆਪਣੀ ਉਹਦੇ ਨਾਲੋਂ ਪ੍ਰਾਇਮਰੀ ਮੈਮਰੀ ਫਾਸਟ ਹੁੰਦੀ ਆ, ਕੈਸੇ ਤੇ ਰਜਿਸਟਰ ਦੇ ਨਾਲੋਂ ਇਹ ਸਲੋ ਮੈਮਰੀ ਹੁੰਦੀ ਆ। ਠੀਕ ਬੱਚੇ, ਜਿਹੜੀ ਪ੍ਰਾਇਮਰੀ ਮੈਮਰੀ ਆ ਇਹਦੇ ਬਾਰੇ ਹੁਣ ਚਲੋ ਜੇ ਗੱਲ CD ਲਈ ਆਪਾਂ ਥੋੜਾ ਜਿਹਾ ਹੋਰ ਦੇਖ ਲੈਂਦੇ ਆ। ਠੀਕ ਹੈ, ਪ੍ਰਾਇਮਰੀ ਮੈਮਰੀ ਅੱਗੇ ਇਹਦੇ 'ਚ ਕੀ ਹੁੰਦਾ, ਇੱਕ ਹੁੰਦੀ ਆ, ਇਹਨੂੰ ਆਪਾਂ ਡਿਵਾਈਡ ਕਰ ਦਿੰਦੇ ਆ 2 ਪਾਰਟਸ ਦੇ ਵਿੱਚ। ਇੱਕ ਆ ਜਾਂਦੀ ਆ RAM, ਇੱਕ ਆ ਜਾਂਦੀ ਆ ROM। ਮੈਂ ਫੁੱਲ ਫਾਰਮ ਤੁਹਾਨੂੰ ਉੱਤੇ ਦੱਸ ਹੀ ਚੁੱਕਿਆ। RAM ਇਹ ਕੀ ਕਰਦੀ ਆ, ਰੀਡ ਰਾਈਟ, ਇਹਦੇ ਤੇ ਅਸੀਂ ਦੋਨੋਂ ਕਰ ਸਕਦੇ ਹਾਂ RAM ਤੇ। ਜਿਹੜੀ ROM ਆ ਇਹਦੇ 'ਚੋਂ ਸਿਰਫ ਡਾਟਾ ਬਾਅਦ ਦੇ ਵਿੱਚ ਰੀਡ ਕੀਤਾ ਜਾ ਸਕਦਾ, ਦੁਬਾਰਾ ਮਤਲਬ ਕਿ ਇਹਦੇ 'ਚ ਰਾਈਟ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਤੇ ਜਿਹੜੀ RAM ਆ ਬੱਚੇ, RAM ਅੱਗੇ 2 ਪ੍ਰਕਾਰ ਦੀ ਹੁੰਦੀ ਆ, ਇੱਕ ਹੁੰਦੀ ਆ SRAM, ਇੱਕ ਹੁੰਦੀ ਆ DRAM। ਕਲੀਅਰ ਹੋ ਗਿਆ। ਇਸ ਤੋਂ ਬਾਅਦ ਜਿਹੜੀ ROM ਆ, ROM ਅੱਗੇ ਕਈ ਤਰ੍ਹਾਂ ਦੀ ਹੁੰਦੀ ਆ, ਜਿਵੇਂ ਕਿ MROM ਹੋ ਗਈ, PROM ਹੋ ਗਈ। ਠੀਕ ਹੈ, ਫਿਰ ਇਹ ਤੋਂ ਬਾਅਦ EPROM ਹੋ ਗਈ, ਮਤਲਬ EEP ROM ਹੋ ਗਈ। ROM ਅੱਗੇ 4 ਤਰ੍ਹਾਂ ਦੀ ਹੁੰਦੀ ਹੈ। ਪ੍ਰਾਇਮਰੀ ਮੈਮਰੀ ਦੀਆਂ ਕਿਸਮਾਂ ਨੇ RAM ਤੇ ROM। ਇਹਦਾ ਰੈਂਡਮ ਐਕਸੈਸ ਮੈਮਰੀ ਆ, ਰੀਡ ਓਨਲੀ ਮੈਮਰੀ ਆ। ਤੇ ਜਿਹੜੀ RAM ਆ ਬੱਚੇ, ਠੀਕ ਹੈ, RAM ਦੇ ਵਿੱਚ ਅੱਗੇ ਕੀ ਆ, SRAM ਤੇ DRAM ਆ। ਤੇ ਇੱਧਰ ਜਿਹੜੀ ROM ਆ, ROM ਦੇ ਵਿੱਚ ਸਿਰਫ ਡਾਟਾ ਰੀਡ ਹੋ ਸਕਦਾ। ਅੱਗੇ 4 ਤਰ੍ਹਾਂ ਦੀ ਆ, MROM ਆ, PROM ਆ, EROM ਆ, EEPROM ਆ। ਠੀਕ, ਆਹ ਚੀਜ਼ ਤੁਹਾਨੂੰ ਇੱਥੋਂ ਕਲੀਅਰ ਹੋਊਗੀ ਬੱਚੇ। ਮੈਮਰੀ ਵਾਲੇ ਟੌਪਿਕ ਦੇ ਵਿੱਚ ਇਹਨੂੰ ਆਪਾਂ ਅੱਗੇ ਡਿਟੇਲ ਦੇ ਵਿੱਚ ਕਵਰ ਕਰ ਲਾਂਗੇ। ਠੀਕ ਹੈ, DRAM ਕੀ ਹੁੰਦੀ ਹੈ, PROM MROM ਕੀ ਆ, ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਉਹਦੇ 'ਚ ਕਰਵਾ ਦੂੰਗਾ। ਐਕਸਟਰਨਲ ਮੈਮਰੀ ਦੀ ਆਪਾਂ ਗੱਲ ਕਰੀ ਸੀ, ਉਹਦੇ 'ਚ ਐਗਜ਼ਾਮਪਲ ਕੀ ਨੇ, ਜਿਵੇਂ CD-ROM, DVD, ਹਾਰਡ ਡਿਸਕ ਨੇ। ਇਹ ਸਾਰੀਆਂ ਐਕਸਟਰਨਲ ਮੈਮਰੀਆਂ ਹੁੰਦੀਆਂ ਨੇ। ਇਹ ਸੈਕੰਡਰੀ ਜਾਂ ਆਕਸਿਲਰੀ ਜਾਂ ਫਿਰ ਨਾਨ ਵੋਲਾਟਾਈਲ ਮੈਮਰੀ ਵੀ ਹੁੰਦੀ ਆ, ਤੇ ਸਲੋਅਰ
ਓਵਰ ਹੁੰਦੀ है मेन मैमरी तो यूज़ ਇਹਦਾ पक्के तौर ਤੇ डाटा स्टोर ਕਰਨ ਦੇ ਲਈ ਕੀਤਾ ਜਾਂਦਾ। ਚਲੋ ਇੱਥੇ ਹਾਲ ਫਿਲਹਾਲ ਦੀ ਘੜੀ ਤੁਸੀਂ ਇੰਨਾ ਕਿ ਇਹਨੂੰ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਇੱਕ ਮੈਗਨੇਟਿਕ ਡਿਸਕ ਹੁੰਦੀ ਆ, ਇਹ ਦੋ ਤਰ੍ਹਾਂ 'ਚ ਵੰਡੀ ਹੁੰਦੀ ਹੈ, ਜਿਵੇਂ ਇੱਕ ਟਰੈਕਸ ਹੁੰਦੇ ਆ, ਦੂਸਰੇ ਦੇ 'ਚ ਸੈਕਟਰ ਹੁੰਦੇ ਆ। ਠੀਕ, ਚਲੋ ਬੱਚੇ ਬਾਕੀ ਅੱਗੇ ਆਪਾਂ ਹੁਣ ਪ੍ਰਸ਼ਨ ਦੇਖਦੇ ਹਾਂ। ਮੈਮਰੀ ਵਾਲਾ ਆਪਾਂ ਸੈਪਰੇਟ ਟੌਪਿਕ ਰੱਖ ਲਾਂਗੇ। ਬਾਕੀ ਬੱਚੇ ਜੇ ਤੁਹਾਨੂੰ ਈਜ਼ੀਲੀ ਚੀਜ਼ਾਂ ਸਮਝ ਆ ਰਹੀਆਂ ਨੇ ਨਾ, ਬਿਲਕੁਲ ਐਗਜ਼ਾਮ ਓਰੀਐਂਟਡ ਫੈਕਟ ਦੱਸ ਰਿਹਾ ਬੱਚੇ ਤੁਹਾਨੂੰ, ਜਿਹੜੇ ਸਿੱਧੇ ਪੁੱਛੇ ਜਾਂਦੇ ਆ ਪੇਪਰ ਦੇ ਵਿੱਚ। ਠੀਕ ਹੈ, ਤਾਂ ਇਦੋਂ ਬਾਅਦ ਹੁਣ ਪ੍ਰਸ਼ਨ 7ਵਾਂ ਦੇਖੋ ਇੱਥੇ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਡਿਜ਼ਾਈਨ ਟੂ ਕੰਟਰੋਲ ਦਾ ਆਪਰੇਸ਼ਨ ਆਫ ਆ ਕੰਪਿਊਟਰ। ਤਾਂ ਬੱਚੇ ਇਹਦੇ 'ਚ ਕਿਹੜਾ ਗਾ ਜਿਹੜਾ ਕੰਟਰੋਲ ਕਰਦਾ ਕੰਪਿਊਟਰ ਦੇ ਆਪਰੇਸ਼ਨਾਂ ਨੂੰ। ਤਾਂ ਦੇਖੋ ਕੰਪਿਊਟਰ ਦੇ ਵਿੱਚ ਕੀ ਹੁੰਦਾ ਬੱਚੇ, ਸੌਫਟਵੇਅਰ ਹੁੰਦੇ ਆ ਨਾ। ਸੌਫਟਵੇਅਰ ਹੁਣ ਕਿੰਨੇ ਤਰ੍ਹਾਂ ਦੇ ਹੁੰਦੇ ਆ, ਦੋ ਤਰ੍ਹਾਂ ਦੇ। ਜਿਨ੍ਹਾਂ ਨੇ ਆਪਣੇ ਸ਼ਾਰਟ ਦੇਖਿਆ ਬੱਚੇ ਜਾਂ ਫਿਰ ਪਹਿਲਾਂ ਵਾਲੀ ਵੀਡੀਓ ਦੇਖੀ ਆ ਉਹ ਤਾਂ ਨਹੀਂ ਇਹਦੇ ਉਲਝਦੇ। ਇੱਕ ਹੁੰਦੇ ਨੇ ਐਪਲੀਕੇਸ਼ਨ ਸੌਫਟਵੇਅਰ, ਇੱਕ ਹੁੰਦਾ ਸਿਸਟਮ ਸੌਫਟਵੇਅਰ। ਹੁਣ ਮੰਨ ਲਓ ਮੇਰੇ ਕੋਲ ਸਿਸਟਮ ਸੌਫਟਵੇਅਰ ਹੀ ਹੈ ਨਹੀਂ, ਠੀਕ ਹੈ, ਤਾਂ ਫਿਰ ਮੈਂ ਐਪਲੀਕੇਸ਼ਨਾਂ ਦਾ ਕਰਨਾ ਕੀ ਆ, ਜਦੋਂ ਸਿਸਟਮ ਚੱਲੂਗਾ ਹੀ ਨਹੀਂ ਮੈਂ ਐਪਲੀਕੇਸ਼ਨ ਚਲਾਊਂਗਾ ਕਿਹਦੇ 'ਚ। ਠੀਕ ਹੈ, ਤਾਂ ਮਤਲਬ ਇੱਥੇ ਪ੍ਰਾਇਓਰਟੀ ਕੀ ਆ ਵੀ ਸਿਸਟਮ ਸੌਫਟਵੇਅਰ ਸਾਡੇ ਕੋਲ ਕੰਪਲਸਰੀ ਆ ਹਰ ਕੰਪਿਊਟਰ ਨੂੰ ਚਲਾਉਣ ਦੇ ਲਈ। ਐਪਲੀਕੇਸ਼ਨ ਇਹ ਮਤਲਬ ਕਿ ਸਾਡੀ ਨੀਡ ਦੇ ਅਕੋਰਡਿੰਗਲੀ ਹੁੰਦਾ, ਜਿਹੜੀ ਚੀਜ਼ ਜਿਸ ਨੂੰ ਵਧੀਆ ਲੱਗਦੀ ਆ ਉਹ ਚੀਜ਼ ਨੂੰ ਉਹ ਰੱਖ ਸਕਦਾ, ਅਦਰਵਾਈਜ਼ ਇਹਨੂੰ ਅਨਇੰਸਟਾਲ ਵੀ ਮਾਰ ਦੂਗਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਸਿਸਟਮ ਸੌਫਟਵੇਅਰ ਜ਼ਰੂਰੀ ਹੈ, ਇਹਦਾ ਕਰੈਕਟ ਆਨਸਰ B ਇੱਥੇ ਸਿਸਟਮ ਸੌਫਟਵੇਅਰ ਹੋ ਜਾਊਗਾ। ਠੀਕ ਹੈ, ਸਿਸਟਮ ਸੌਫਟਵੇਅਰ ਬਿਨਾ ਕੰਪਿਊਟਰ ਚੱਲ ਨਹੀਂ ਸਕਦਾ। ਨੈਕਸਟ, ਬਟ ਇਜ਼ ਦਾ ਸੈਕੰਡ ਲਾਰਜੈਸਟ ਫੌਂਟ ਸਾਈਜ਼ ਦੈਟ ਵੀ ਸਿਲੈਕਟ। ਬੱਚੇ ਬਹੁਤ ਬੱਚੇ ਇਹਦੇ 'ਚ ਗਲਤੀ ਕਰਦੇ ਆ, ਉਹ ਇੱਥੇ 72 ਲਾ ਦਿੰਦੇ ਆ, ਬਟ ਇਹਦਾ ਜਿਹੜਾ ਆਨਸਰ ਆ ਬੱਚੇ ਉਹ 72 ਨਹੀਂ ਹੈਗਾ। ਬਿਕੋਜ਼ ਇਹਨਾਂ ਨੇ ਤੁਸੀਂ ਦੇਖੋ ਪੁੱਛਿਆ ਕੀ ਆ, ਇਹਨਾਂ ਨੇ ਪੁੱਛਿਆ ਸੈਕੰਡ ਲਾਰਜੈਸਟ। ਜਦੋਂ ਆਪਾਂ ਇੱਥੋਂ ਸਟਾਰਟ ਕਰਦੇ ਹਾਂ ਨਾ, ਇੱਥੇ ਜਾ ਕੇ ਲਾਸਟ ਤੇ 72 ਲਿਖਿਆ ਹੁੰਦਾ, ਫਿਰ ਇਹ ਤੋਂ ਬਾਅਦ 48 ਆ, ਤਾਂ ਇਹਨਾਂ ਨੇ ਸੈਕੰਡ ਲਾਰਜ ਆਪਣਾ ਪੁੱਛਿਆ, ਤਾਂ ਇਹਦਾ ਆਨਸਰ A ਆਊਗਾ, ਇੱਥੇ 48 ਆਊਗਾ। ਕਲੀਅਰ। ਨੈਕਸਟ ਪ੍ਰਸ਼ਨ ਆ ਗਿਆ ਬੱਚੇ MS ਵਰਡ ਦੇ ਬਾਰੇ। ਤਾਂ ਇਹਦੇ 'ਚ 2007 ਦੇ ਵਿੱਚ ਪੋਰਟਰੇਟ ਐਂਡ ਲੈਂਡਸਕੇਪ ਆ। ਠੀਕ ਆ, ਤਾਂ ਮਤਲਬ ਇਹ ਇਹਨਾਂ ਨੇ ਪੁੱਛਿਆ ਵੀ ਇਹ ਕਿਹਦੇ ਵਿੱਚ ਹੁੰਦੇ ਆ। ਠੀਕ ਹੈ, ਤਾਂ MS ਵਰਡ ਬਾਰੇ ਬੱਚੇ ਜੇ ਤੁਸੀਂ ਉਹ ਵੀ ਕਲਾਸ ਨਹੀਂ ਦੇਖੀ ਤਾਂ ਪਲੀਜ਼ ਉਹ ਕਲਾਸ ਨੂੰ ਵੀ ਇੱਕ ਵਾਰ ਤੋਂ ਜ਼ਰੂਰ ਦੇਖ ਲਿਓ, ਬੜਾ ਡਿਟੇਲ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਕਵਰ ਕਰਵਾਇਆ ਸੀ ਉਹਦੇ 'ਚ। ਠੀਕ ਹੈ, ਤਾਂ ਇਹਨੂੰ MS ਵਰਡ ਨੂੰ ਡਿਵੈਲਪ ਕਿਹਦੇ ਦੁਆਰਾ ਕੀਤਾ ਗਿਆ, ਤਾਂ ਇਹ ਤੁਸੀਂ ਯਾਦ ਰੱਖਣਾ ਮਾਈਕਰੋਸੌਫਟ ਦੁਆਰਾ। ਮਾਈਕਰੋਸੌਫਟ ਦੁਆਰਾ। ਇਹ ਪੈਕੇਜ ਦੇ ਵਿੱਚ MS ਵਰਡ ਹੁੰਦਾ, MS ਐਕਸਲ ਹੁੰਦਾ, ਪਾਵਰ ਪੁਆਇੰਟ ਹੁੰਦਾ, MS ਐਸਐਸ ਹੁੰਦਾ, ਆਊਟਲੁੱਕ ਹੁੰਦਾ। ਠੀਕ, ਤਾਂ ਇਹਦੇ 'ਚ ਬੱਚੇ ਇੱਕ ਪੁੱਛਿਆ ਜਾਂਦਾ ਤੁਹਾਨੂੰ ਮੈਕਸਿਮਮ ਜ਼ੂਮ ਕਿੰਨੀ ਹੋ ਸਕਦੀ ਹੈ। MS ਵਰਡ ਦੇ ਵਿੱਚ ਮੈਕਸਿਮਮ ਜ਼ੂਮ ਕਿੰਨੀ ਹੋ ਸਕਦੀ ਹੈ, ਤੁਸੀਂ ਲਾਓਗੇ 500%, ਤੇ ਜੇ ਮਿਨੀਮਮ ਦੈਨ ਤੁਸੀਂ ਲਾਓਗੇ 10%। ਇਹ ਤਾਂ ਗੱਲ ਰਹੀ ਇਹਦੀ ਜ਼ੂਮ ਦੀ। ਠੀਕ ਹੈ, ਸਟਾਰਟ ਕਰਨ ਦੇ ਸਾਡੇ ਕੋਲ ਦੋ ਤਰੀਕੇ ਨੇ। ਪਹਿਲਾਂ ਅਸੀਂ ਸਟਾਰਟ 'ਤੇ ਜਾਵਾਂਗੇ, ਸਟਾਰਟ ਕਰਨ ਦਾ ਪਹਿਲਾ ਤਰੀਕਾ ਸਟਾਰਟ 'ਤੇ ਜਾਵਾਂਗੇ, ਫਿਰ ਅਸੀਂ ਰਨ ਕਮਾਂਡ 'ਚ ਜਾਵਾਂਗੇ, ਫਿਰ ਉੱਥੇ ਟਾਈਪ ਕਰਾਂਗੇ ਕੀ ਵਿਨ ਵਰਡ ਕਰਕੇ ਐਂਟਰ ਮਾਰ ਦਿਓ। ਇੱਕ ਤਾਂ ਇਹ ਖੁੱਲ੍ਹ ਕੇ ਆਜੂ ਤਰੀਕਾ ਫਸਟ, ਤੇ ਦੂਸਰਾ ਤਰੀਕਾ ਕੀ ਆ, ਸਟਾਰਟ 'ਤੇ ਜਾਵਾਂਗੇ, ਆਲ ਪ੍ਰੋਗਰਾਮ 'ਤੇ ਜਾਵਾਂਗੇ। ਠੀਕ ਹੈ, ਉੱਥੇ ਅਸੀਂ MS ਆਫਿਸ ਪੈਕੇਜ ਖੋਲਾਂਗੇ, ਜਿਹੜਾ ਉਹਦੇ 'ਚੋਂ ਸੌਫਟਵੇਅਰ ਚਾਹੀਦਾ ਸੀ, ਫਿਰ ਉਹਨੂੰ ਓਕੇ ਕਰਕੇ ਖੋਲ ਲਵਾਂਗੇ। ਓਕੇ, ਹਾਂ ਬੱਚੇ ਇਹ ਚੀਜ਼ ਨੂੰ ਤੁਸੀਂ ਯਾਦ ਰੱਖਣਾ। ਜੇ ਹੁਣ ਦੇਖੋ ਤੁਸੀਂ ਇਹਦੀ ਫੌਂਟ ਵਧਾਉਣੀ ਚਾਹੁੰਦੇ ਹੋ, ਜੇ ਆਪਾਂ ਉੱਪਰੋਂ ਡੱਬੇ ਜੇ ਦੇ ਵਿੱਚੋਂ ਫੌਂਟ ਸਾਈਜ਼ ਇਨਕਰੀਜ਼ ਕਰਨਾ, ਦੈਨ ਤੁਸੀਂ ਫਿਰ ਉਵੇਂ 72 ਤੱਕ ਵਧਾ ਸਕਦੇ ਹੋ। ਪਰ ਜੇ ਤੁਸੀਂ ਉੱਥੇ ਮੈਨੂਅਲੀ ਟਾਈਪ ਕਰਨਾ, ਦੈਨ 1638 ਤੱਕ ਤੁਸੀਂ ਇਨਕਰੀਜ਼ ਫੌਂਟ ਸਾਈਜ਼ ਆ ਜਿਹੜਾ ਉਹ ਕਰ ਸਕਦੇ ਹੋ। ਠੀਕ ਹੈ, ਤਾਂ ਬੱਚੇ ਬਾਕੀ ਇਹਦੇ 'ਚ ਤਾਂ ਅੱਗੇ ਉਹ ਮੈਂ ਡਿਟੇਲ 'ਚ ਤੁਹਾਨੂੰ ਕਰਵਾ ਚੁੱਕਿਆ, ਉਹਦੇ 'ਚ ਦੇਖ ਲਿਓ। ਇਹਦਾ ਕਰੈਕਟ ਆਨਸਰ ਹੈ ਵੀ ਪੋਰਟਰੇਟ ਤੇ ਲੈਂਡਸਕੇਪ ਕੀ ਆ। ਇਹ ਸ਼ਾਇਦ ਬੱਚੇ ਹੁਣ ਪਹਿਲਾਂ ਪਟਵਾਰੀ ਦਾ ਐਗਜ਼ਾਮ ਹੋਇਆ, ਸ਼ਾਇਦ ਉਹਦੇ 'ਚ ਪੁੱਛਿਆ ਵੀ ਗਿਆ ਸੀ ਇਹ ਪ੍ਰਸ਼ਨ, ਪੋਰਟਰੇਟ ਦੇ ਲੈਂਡਸਕੇਪ। ਪਤਾ ਨਹੀਂ ਕਿਹੜਾ ਸੀ, ਆਪਣੇ PSSB ਦਾ ਐਗਜ਼ਾਮ ਸੀਗਾ ਕੋਈ, ਜਿਹਦੇ 'ਚ ਇਹ ਪ੍ਰਸ਼ਨ ਆਇਆ ਸੀਗਾ। ਠੀਕ ਹੈ, ਤਾਂ ਪੋਰਟਰੇਟ ਤੇ ਲੈਂਡਸਕੇਪ ਕੀ ਨੇ, ਇਹ ਪੇਜ ਓਰੀਐਂਟੇਸ਼ਨ ਨੇ। ਆਪਸ਼ਨ A ਇੱਥੇ ਕਰੈਕਟ ਆਨਸਰ ਹੋ ਜੂਗਾ ਇਹਦਾ। ਇਸ ਤੋਂ ਬਾਅਦ 10ਵਾਂ ਪ੍ਰਸ਼ਨ, ਇਹਨਾਂ ਦੇ ਵਿੱਚੋਂ ਕਿਹੜਾ ਗਾ MS ਵਰਡ ਦੇ ਵਿੱਚ ਜਿਹੜਾ ਨਿਊ ਬਲੈਂਕ ਡਾਕੂਮੈਂਟ ਨੂੰ ਕ੍ਰੀਏਟ ਕਰਨ ਦੇ ਲਈ ਸ਼ਾਰਟਕਟ ਵਰਤੇ ਜਾਂਦੇ ਆ। ਤਾਂ ਬੱਚੇ ਇੱਥੇ ਸ਼ਾਰਟਕਟ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਓਪਨ ਕਰਨ ਦੇ ਲਈ Ctrl+O ਹੁੰਦਾ, ਠੀਕ ਹੈ, ਜਾਂ ਫਿਰ Ctrl+F12 ਕਰਕੇ ਵੀ ਓਪਨ ਚੂਜ਼ ਨੂੰ ਕਰ ਸਕਦੇ ਆਪਾਂ। ਇਸ ਤੋਂ ਬਾਅਦ ਹੁੰਦਾ ਸੇਵ ਕਰਨ ਦੇ ਲਈ। ਸੇਵ ਕਰਨ ਦੇ ਲਈ ਇਕੱਲਾ F12 ਦੱਬੋਗੇ ਤਾਂ ਵੀ ਸੇਵ ਹੋ ਜਾਊਗਾ, ਜੇ ਸ਼ਿਫਟ ਦੇ ਨਾਲ ਤੁਸੀਂ F12 ਦੱਬ ਦੋਗੇ ਤਾਂ ਵੀ ਇਹ ਸੇਵ ਹੋ ਜਾਣੀ ਹੈ ਚੀਜ਼। ਇਸ ਤੋਂ ਬਾਅਦ ਜੇ Ctrl+S ਕਰੋਗੇ ਤਾਂ ਵੀ ਤੁਹਾਡੀ ਚੀਜ਼ ਆ ਜਿਹੜੀ ਉਹ ਸੇਵ ਹੋ ਜਾਣੀ ਆ। ਪ੍ਰਿੰਟ ਕਰਨ ਦੇ ਲਈ Ctrl+P ਹੁੰਦਾ, ਜਾਂ ਫਿਰ Ctrl+Shift12 ਹੁੰਦਾ। ਪ੍ਰਿੰਟ ਪ੍ਰੀਵਿਊ ਦੇਖਣ ਦੇ ਲਈ Ctrl+F2 ਹੁੰਦਾ। ਸਪੈਲਿੰਗ ਚੈੱਕ ਕਰਨ ਦੇ ਲਈ F7 ਆ। ਪੇਸਟ ਕਰਨ ਦੇ ਲਈ Ctrl+B ਆ। ਔਰ ਫਾਰਮੈਟ ਪੇਂਟਰ ਦੇ ਲਈ Ctrl+Shift+C ਆ ਜੇ ਕਾਪੀ ਕਰਨਾ। ਫਾਈਂਡ ਕਰਨ ਦੇ ਲਈ Ctrl+F ਹੈ। Ctrl+K ਜੇ ਕਿਸੇ ਨੇ ਲਿੰਕ ਲਾਉਣਾ ਉਹਦੇ ਕਿਸੇ ਹੋਰ ਚੈਨਲ ਦਾ, ਇੰਸਟਾਗ੍ਰਾਮ ਦਾ, ਕੋਈ ਵੀ ਤੁਸੀਂ ਲਿੰਕ ਲਾਉਣਾ ਚਾਹੁੰਦੇ ਹੋ, ਦੈਨ Ctrl+K ਕਰਕੇ ਤੁਸੀਂ ਲਾ ਸਕਦੇ ਹੋ। ਤੇ ਇਹਦਾ ਬੱਚੇ ਨਿਊ ਬਲੈਂਕ ਡਾਕੂਮੈਂਟ ਲੈਣ ਲਈ MS ਵਰਡ ਦੇ ਵਿੱਚ ਸ਼ਾਰਟਕਟ ਕੀ ਆ, ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੁਹਾਨੂੰ। ਇਹਦਾ ਆਨਸਰ ਤੁਸੀਂ ਕਮੈਂਟ ਕਰਕੇ ਦੇਣਾ। ਬਾਕੀ ਜੇ ਵੀਡੀਓ ਹਾਲੇ ਤੱਕ ਲਾਈਕ ਨਹੀਂ ਕਰੀ, ਲਾਈਕ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ, ਸਬਸਕ੍ਰਾਈਬ ਕਰੋ। ਅੱਗੇ ਸ਼ੇਅਰ ਵੀ ਸਾਰਿਆਂ ਨੇ ਇੱਕ ਜਣੇ ਨੂੰ ਜ਼ਰੂਰ ਕਰ ਦਿਓ ਬੱਚੇ। ਕਮੈਂਟ ਕਰਕੇ ਫੀਡਬੈਕ ਜ਼ਰੂਰ ਦੇਣਾ। ਓਕੇ ਬੱਚੇ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।